ਹੈਲੋ ਸਟੂਡੈਂਟਸ, ਗੁੱਡ ਮਾਰਨਿੰਗ ਟੂ ਆਲ ਆਫ ਯੂ। ਲੈਟਸ ਲਰਨ ਦੇ ਵਿੱਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਡਿਸਕਸ ਕਰਾਂਗੇ ਐਕਸਰਸਾਈਜ਼ 7.2 ਦੇ ਜੋ ਸਾਡੇ ਸਮ ਰਹਿ ਗਏ ਸੀਗੇ। ਸੋ ਸਟਾਰਟ ਕਰਦੇ ਹਾਂ ਅਸੀਂ 7th ਸਮ ਤੋਂ। ਠੀਕ ਹੈ, ਸਾਡੇ 6 ਸਮ ਹੋ ਗਏ ਸੀਗੇ, 7th ਸਮ ਅਸੀਂ ਕਰਨਾ ਸੀਗਾ। ਫਰੋਮ ਦਾ ਕੋਆਰਡੀਨੇਟ ਆਫ ਅ ਪੁਆਇੰਟ A ਵੇਅਰ AB ਇਜ਼ ਅ diameter of a circle whose center is 2, -3 and B is 1, 4। ਕਹਿੰਦੇ ਇੱਕ ਸਰਕਲ ਦਿੱਤਾ ਹੋਇਆ ਆ ਔਰ ਜਿਹਦਾ ਕਿ ਡਾਇਆਮੀਟਰ ਦਿੱਤਾ ਹੋਇਆ ਆ। ठीक है, डायमीटर सानू पता है की हुंदा है और ਉਹਦੇ ਜਿਹੜਾ ਸੈਂਟਰ ਪੁਆਇੰਟ ਹੈ ਉਹ ਵੀ ਦਿੱਤਾ ਹੋਇਆ 2, -3। ਜਿਹੜਾ ਡਾਇਆਮੀਟਰ ਆ ਮੀਨਸ ਉਹਦੀ ਡਾਇਆਮੀਟਰ ਸਾਨੂੰ ਪਤਾ ਹੈ ਕਿ ਪੂਰੀ ਲਾਈਨ ਹੁੰਦੀ ਸਰਕਲ ਦੀ, ਜਿਹੜੇ ਕਾਰਨਰ ਪੁਆਇੰਟਸ ਹੁੰਦੇ ਆ ਜਿਹੜੇ ਟੱਚ ਕਰਦੇ ਸਰਕਲ ਨੂੰ, ਉਹਦੀ B ਪੁਆਇੰਟਸ ਦਿੱਤੇ ਹੋਏ ਆ, ਬਟ ਜਿਹੜਾ A ਪੁਆਇੰਟ ਹੈ ਆਪਾਂ ਨੂੰ ਦਿੱਤਾ ਨਹੀਂ ਹੋਇਆ। ਸੋ ਇਹੀ ਆਪਾਂ ਫਾਈਂਡ ਕਰਨਾ ਹੈ। ਠੀਕ ਹੈ, ਫਰੋਮ ਦਾ ਕੋਆਰਡੀਨੇਟ ਆਫ ਪੁਆਇੰਟ A ਵੇਅਰ AB ਇਜ਼ ਅ ਡਾਇਆਮੀਟਰ, ਮਤਲਬ AB ਕੀ ਆ, ਉਹ ਕਹਿੰਦਾ ਡਾਇਆਮੀਟਰ ਆ ਔਰ ਇਹਦੇ ਵਿੱਚ 2, -3 ਕੀ ਆ, ਸੈਂਟਰ ਆ। ਠੀਕ ਹੈ, ਔਰ B ਪੁਆਇੰਟਸ ਕੀ ਆ, 1, 4 ਦਿੱਤੇ ਹੋਏ ਆ। ਆਪਾਂ ਫਾਈਂਡ ਕੀ ਕਰਨੇ, A ਦੇ ਪੁਆਇੰਟ ਫਾਈਂਡ ਕਰਨੇ ਆ। ਸੋ ਪਹਿਲਾਂ ਵੀ ਤੁਹਾਨੂੰ ਪਤਾ ਹੈ ਕਿ ਜਿਹੜੀ ਚੀਜ਼ ਆਪਾਂ ਫਾਈਂਡ ਕਰਨੀ ਹੁੰਦੀ ਆ ਉਹਨੂੰ ਆਪਾਂ ਲੈਟ ਕਰ ਲੈਂਦੇ ਆ। ਸੋ ਲੈਟ ਕਰ ਲੈਣਾ ਪਹਿਲਾਂ ਕਿ ਐਕਸ ਵਾਈ ਕੀ ਆ, A ਦੇ ਪੁਆਇੰਟਸ ਆ। ਸਾਨੂੰ B ਦੇ ਪੁਆਇੰਟਸ ਪਤਾ ਹੀ ਆ ਕਿ ਕਿਹੜੇ ਆ। ਠੀਕ ਹੈ, ਉਸ ਤੋਂ ਬਾਅਦ ਕੀ ਕਰਨਾ ਆਪਾਂ, ਦੇਖੋ ਜਦੋਂ ਆਪਾਂ ਮਿਡ ਪੁਆਇੰਟ ਫਾਈਂਡ ਕਰਾਂਗੇ, ਦੇਖੋ ਇਸ ਸਮ ਦਾ ਇਹਨਾਂ ਦੋ ਪੁਆਇੰਟਸ ਦਾ, ਜਦੋਂ ਇਹਨਾਂ ਦੋਨਾਂ ਪੁਆਇੰਟਸ ਤੇ A ਤੇ B ਦਾ ਆਪਾਂ ਮਿਡ ਪੁਆਇੰਟ ਫਾਈਂਡ ਕਰਾਂਗੇ ਦੈਨ ਆਪਣੇ ਕੋਲ ਇਹ ਵੈਲਿਊ ਆ ਜਾਏਗੀ 2, -3। ਠੀਕ ਹੈ, A ਤੇ B ਦਾ ਜਦੋਂ ਅਸੀਂ ਮਿਡ ਪੁਆਇੰਟ ਮਤਲਬ ਕਿ ਸੈਂਟਰ ਪੁਆਇੰਟ ਕੱਢਾਂਗੇ ਦੈਨ ਸਾਨੂੰ ਸੈਂਟਰ ਪਤਾ ਲੱਗ ਜਾਣੇ ਕਿ ਸੈਂਟਰ 2, 3 ਆ। ਆਪਾਂ ਕੀ ਕਰਨਾ ਹੈ ਕਿ A ਦੀ ਜਿਹੜੀ x ਪੁਆਇੰਟ ਹੈ x1 y1 x2 y2 ਪਤਾ ਹੈ ਸਾਨੂੰ, x1 + y1 x1 + x2 y1 + y2 करके ਉਹਦੇ ਬਰਾਬਰ ਕਰ ਦੇਣੀ ਪੁਆਇੰਟਸ। ਦੇਖੋ ਕਿੱਦਾਂ ਕਰਨਾ ਹੈ ਸਮ, x1 + x2 / 2 y1 + y2 / 2। x1 ਸਾਨੂੰ ਪਤਾ ਸੀ ਕਿੰਨਾ ਸੀ, x ਸੀ। ਠੀਕ ਹੈ, ਔਰ y1 ਕਿੰਨਾ ਸੀਗਾ, y1 ਸੀਗਾ y, ਔਰ x2 ਕਿੰਨਾ ਸੀਗਾ 1 ਔਰ y2 ਕਿੰਨਾ ਸੀਗਾ 4। ਠੀਕ ਹੈ, ਸੋ ਇਹਦੇ ਚ ਫਿਲ ਕਰ ਦੇਣਾ। x1 ਦੀ ਵੈਲਿਊ ਕਿੰਨੀ ਆ ਗਈ x, x2 ਦੀ ਵੈਲਿਊ 1 / 2, y1 ਦੀ ਵੈਲਿਊ y ਔਰ y2 ਦੀ ਵੈਲਿਊ 4 / 2। ਠੀਕ ਹੈ, ਔਰ ਇਜ਼ ਇਕੁਅਲ ਟੂ ਜਿਹੜੇ ਸੈਂਟਰ ਪੁਆਇੰਟ ਸਾਡੇ ਕੋਲ ਸੀਗੇ ਇਹਦੇ ਬਰਾਬਰ ਕਰ ਦਿੱਤਾ ਸਾਨੂੰ, ਕਿਉਂਕਿ ਪਤਾ ਹੈ ਕਿ ਅਸੀਂ ਦੋਨਾਂ ਪੁਆਇੰਟਸ ਦਾ A ਤੇ B ਦਾ ਜਦੋਂ ਮਿਡ ਕੱਢਾਂਗੇ ਦੈਨ ਉਹ ਸਾਡਾ ਇੰਨਾ ਹੀ ਆਊਗਾ। ਠੀਕ ਹੈ, ਸੋ ਇਹਨੂੰ ਸਿੰਪਲੀਫਾਈ ਕਰ ਲਓ। ਇਹਦੇ ਜਿਹੜੇ ਪੁਆਇੰਟਸ ਆ ਮਤਲਬ x ਦੇ ਜਿਹੜੇ x + 1 / 2 ਆ ਇਹਨੂੰ 2 ਦੇ ਬਰਾਬਰ ਕਰ ਦਿਓ ਔਰ y + 4 / 2 ਆ ਜਿਹੜਾ ਉਹਨੂੰ -3 ਦੇ ਬਰਾਬਰ ਕਰ ਦਿਓ। ਠੀਕ ਹੈ, ਉਸ ਤੋਂ ਬਾਅਦ ਸਿੰਪਲੀਫਾਈ ਹੀ ਕਰਨਾ ਇਹਨੂੰ। ਦੇਖੋ ਇਹਨੂੰ ਕ੍ਰੋਸ ਮਲਟੀਪਲਾਈ ਕਰ ਲਓ, x + 1 / 2 = 2/1 ਆ। ਠੀਕ ਹੈ, ਇੱਥੇ 2/1 ਲੈ ਲੈਣਾ। x + 1 ਨੂੰ ਜਦੋਂ 1 ਨਾਲ ਮਲਟੀਪਲਾਈ ਕਰੂੰਗੇ ਐਜ਼ ਇਟ ਇਜ਼ ਆ ਜਾਣਾ ਔਰ 2 ਨੂੰ 2 ਨਾਲ ਮਲਟੀਪਲਾਈ ਕਰੂੰਗੇ 4 ਆ ਜਾਣਾ। ਉਸ ਤੋਂ ਬਾਅਦ 1 ਜਿਹੜਾ ਹੈ ਉਹ ਰਾਈਟ ਹੈਂਡ ਸਾਈਡ ਤੇ ਲੈ ਜਾਓ। ਜੇ ਤੁਸੀਂ ਇਹਨੂੰ ਰਾਈਟ ਹੈਂਡ ਸਾਈਡ ਤੇ ਲੈ ਕੇ ਜਾਓਗੇ ਉਹ ਮਾਈਨਸ ਦਾ ਹੋ ਜਾਣਾ ਹੈ। ਸੋ x ਦੀ ਵੈਲਿਊ ਕਿੰਨੀ ਆ ਜਾਣੀ 3। ਇਸੇ ਤਰ੍ਹਾਂ ਤੁਸੀਂ ਇਹਨੂੰ ਸੋਲਵ ਕਰ ਲੈਣਾ ਹੈ। 3 ਦੇ ਓਵਰ 1 ਲਗਾ ਲਓ। ਜਦੋਂ y + 4 ਨੂੰ 1 ਦੇ ਨਾਲ ਮਲਟੀਪਲਾਈ ਕਰੂੰਗੇ ਸਾਡੇ ਕੋਲ ਕੀ ਬਚ ਜਾਣਾ, y + 4 ਹੀ ਬਚ ਜਾਣਾ। ਠੀਕ ਹੈ, ਔਰ ਜਦੋਂ 3 ਨੂੰ -3 ਨੂੰ 2 ਨਾਲ ਮਲਟੀਪਲਾਈ ਕਰੂੰਗੇ 6 ਆ ਜਾਣਾ। ਠੀਕ ਹੈ, ਔਰ ਉਸ ਤੋਂ ਬਾਅਦ ਕੀ ਕਰਨਾ ਹੈ, ਦੇਖੋ 4 ਜਿਹੜਾ ਰਾਈਟ ਹੈਂਡ ਸਾਈਡ ਤੇ ਲੈ ਜਾਓ ਮਾਈਨਸ ਦਾ ਹੋ ਜਾਊਗਾ। ਸੋ -6 - 4 ਕਿੰਨਾ ਆ ਗਿਆ, -10। ਸਾਡੇ ਕੋਲ x ਔਰ y ਜਿਹੜੇ ਅਸੀਂ ਫਾਈਂਡ ਕਰਨੇ ਸੀਗੇ A ਦੇ ਪੁਆਇੰਟਸ ਉਹ ਸਾਨੂੰ ਫਾਈਂਡ ਆਊਟ ਹੋ ਗਏ। ਠੀਕ ਹੈ, ਕਲੀਅਰ ਸਟੂਡੈਂਟਸ। ਜੇਕਰ ਤੁਹਾਨੂੰ ਫਿਰ ਵੀ ਇਸ ਸਮ ਦੇ ਵਿੱਚ ਡਾਊਟ ਹੋਇਆ ਦੈਨ ਮੈਨੂੰ ਦੱਸ ਦੇਣਾ। ਨੈਕਸਟ ਸਮ ਦੇਖਿਓ, ਇਫ A B -2 ਔਰ 2 ਐਂਡ -2 4 ਰਿਸਪੈਕਟਿਵਲੀ A ਤੇ B ਦੇ ਜਿਹੜੇ ਪੁਆਇੰਟਸ ਆਪਾਂ ਨੂੰ ਦਿੱਤੇ ਹੋਏ ਆ, ਕੋਆਰਡੀਨੇਟ ਦਿੱਤੇ ਹੋਏ ਆ, ਫਾਈਂਡ ਦਾ ਕੋਆਰਡੀਨੇਟ ਆਫ ਦਾ P ਦੇ ਕੋਆਰਡੀਨੇਟ ਫਾਈਂਡ ਕਰਨੇ ਆ ਸੱਚ ਦੈਟ AP is equal to 3/7 AB and P lies in the line segment AB। ਉਹ ਕੀ ਕਹਿ ਰਿਹਾ ਆ ਕਿ ਆਪਣੇ ਕੋਲ AB ਇੱਕ ਲਾਈਨ ਦਿੱਤੀ ਹੋਈ ਆ ਜਿਹਦੇ ਕਿ ਕੋਆਰਡੀਨੇਟ ਦਿੱਤੇ ਹੋਏ ਆ ਔਰ ਉਹਨਾਂ ਹੀ ਲਾਈਨ ਦੇ ਉੱਤੇ ਇੱਕ P ਪੁਆਇੰਟ ਲਾਈ ਕਰਦਾ ਆ। ਠੀਕ ਹੈ, ਜਿਹੜੇ ਦੋ ਪੁਆਇੰਟਸ ਦਿੱਤੇ ਹੋਏ ਸੀਗੇ ਇੱਕ ਲਾਈਨ ਦੇ, ਉਹਦੇ ਉਸ ਹੀ ਲਾਈਨ ਤੇ ਇੱਕ ਪੁਆਇੰਟ P ਲਾਈ ਕਰ ਰਿਹਾ ਹੈ ਜਿਹਦੇ ਵਿੱਚ AP ਜਿਹੜਾ ਆ ਉਹ ਬਰਾਬਰ ਹੈਗਾ ਆ 3/7 AB ਦੇ। AP is equal to 3/7 AB ਦੇ ਬਰਾਬਰ ਆ in the line segment AB। ਠੀਕ ਹੈ, ਸੋ ਦੇਖੋ ਇਹਦੇ ਵਿੱਚ ਆਪਾਂ ਫਾਈਂਡ ਕੀ ਕਰਨਾ ਹੈ, ਸਭ ਤੋਂ ਪਹਿਲਾਂ ਤਾਂ ਇਹਦੇ ਵਿੱਚ ਆਪਾਂ ਫਾਈਂਡ P ਦੇ ਕੋਆਰਡੀਨੇਟ ਕਰਨੇ ਆ। ਠੀਕ ਹੈ, P ਦੇ ਕੋਆਰਡੀਨੇਟ ਜਿਹੜੇ ਉਹ ਆਪਾਂ ਫਾਈਂਡ ਕਰਨੇ ਕਿ ਕਿਹੜੇ ਕੋਆਰਡੀਨੇਟ P ਦੇ ਆ। ਠੀਕ ਹੈ, ਸਭ ਤੋਂ ਪਹਿਲਾਂ ਤਾਂ ਜੋ ਗਿਵਨ ਹੈ ਉਹ ਲਿਖ ਲੈਣਾ ਹੈ। ਠੀਕ ਹੈ, ਸੈਂਸ ਜਿੱਦਾਂ -2, 2 ਐਂਡ B ਦੇ ਪੁਆਇੰਟਸ ਦਿੱਤੇ ਹੋਏ ਆ, B ਆਰ ਗਿਵਨ ਸਾਨੂੰ ਪਤਾ ਹੈਗੇ ਆ। ਆਪਾਂ ਲੈਟ ਕਰ ਲੈਣਾ ਕਿ P ਦੇ ਪੁਆਇੰਟ ਕਿਹੜੇ x, y ਆ। ਠੀਕ ਹੈ, ਔਰ ਸਾਡੇ ਕੋਲ AB is equal to 3/7 AB ਦਿੱਤਾ ਹੋਇਆ ਹੈ। ਠੀਕ ਹੈ, ਉਸ ਤੋਂ ਬਾਅਦ ਕੀ ਕਰਨਾ, ਪਹਿਲਾਂ ਇਹਨੂੰ ਹੀ ਸਿੰਪਲੀਫਾਈ ਕਰੋ ਬੱਚੇ। ਇਹ ਜਿਹੜਾ ਸਮ ਆ
8th ਸਮ ਤੁਹਾਡਾ ਬਹੁਤ ਜ਼ਿਆਦਾ ਇੰਪੋਰਟੈਂਟ ਸਮ ਆ, ਇਹ ਪੇਪਰ ਦੇ ਵਿੱਚ ਆ ਜਾਂਦਾ ਆ, ਠੀਕ ਹੈ, ਬਹੁਤ ਵਾਰੀ ਹੀ ਮਤਲਬ ਇਹ ਰਿਪੀਟ ਹੋਇਆ ਆ, ਸੋ ਤੁਸੀਂ ਇਹਨੂੰ ਧਿਆਨ ਨਾਲ ਸਮਝਣਾ ਹੈ। ਦੇਖੋ ਜਿਹੜਾ AB ਆ, AP is equal to 3/7, AB ਸਾਡੇ ਕੋਲ ਦਿੱਤਾ ਹੋਇਆ, ਹੁਣ ਇਹਨੂੰ ਸਿੰਪਲੀਫਾਈ ਕਰੋ। ਪਹਿਲਾਂ ਤਾਂ ਕੀ ਕਰਨਾ ਹੈ, ਸਭ ਤੋਂ ਪਹਿਲਾਂ ਦੇਖੋ ਜਿਹੜਾ AB ਆ ਉਹਨੂੰ ਮੈਂ ਜਦੋਂ ਇੱਧਰਲੀ ਸਾਈਡ ਲੈ ਕੇ ਜਾਊਂਗੀ, ਲੈਫਟ ਹੈਂਡ ਸਾਈਡ ਤੇ ਲੈ ਕੇ ਜਾਊਂਗੀ, ਦੇਖੋ ਇੱਧਰ ਮਲਟੀਪਲਾਈ ਹੋ ਰਿਹਾ AB 3/7 ਦੇ ਨਾਲ, ਜਦੋਂ ਮੈਂ ਉਹਨੂੰ ਲੈਫਟ ਹੈਂਡ ਸਾਈਡ ਤੇ ਲੈ ਕੇ ਜਾਊਂਗੀ ਉਹ ਡਿਵਾਈਡ ਹੋ ਜਾਣਾ, ਠੀਕ ਹੈ, ਇਹ ਤਾਂ ਪਤਾ ਹੀ ਸਾਰਿਆਂ ਨੂੰ। AB ਜਿਹੜਾ ਆ ਉਹ 3/7 ਦੇ ਨਾਲ ਮਲਟੀਪਲਾਈ ਹੋ ਰਿਹਾ, ਜਦੋਂ ਮੈਂ ਉਹਨੂੰ ਲੈਫਟ ਹੈਂਡ ਸਾਈਡ ਲੈ ਕੇ ਜਾਊਂਗੀ ਦੈਨ ਉਹ ਡਿਵਾਈਡ ਹੋ ਜਾਣਾ, AP/AB ਆ ਜਾਣਾ, ਠੀਕ ਹੈ, ਦੇਖੋ ਜਿਸ ਤਰ੍ਹਾਂ ਇਹ ਲਿਖ ਦਿੱਤਾ, ਠੀਕ ਹੈ, AP/AB ਆ ਗਿਆ। ਉਸ ਤੋਂ ਬਾਅਦ ਇੰਟਰਚੇਂਜਿੰਗ ਦਾ ਇਕੁਏਸ਼ਨ, ਇੰਟਰਚੇਂਜਿੰਗ ਦਾ ਇਕੁਏਸ਼ਨ ਦੇ ਵਿੱਚ ਕੀ ਹੋ ਜਾਣਾ, ਜਿਹੜਾ ਆਪਾਂ ਜਿਹੜੀ ਆਪਣੇ ਕੋਲ ਫਸਟ ਇਕੁਏਸ਼ਨ ਆ ਉਹਨੂੰ ਆਪਾਂ ਇੰਟਰਚੇਂਜ ਕਰ ਦੇਣਾ, ਮਤਲਬ ਕਿ ਉਹਦਾ ਰੈਸੀਪ੍ਰੋਕਲ ਕਰ ਦੇਣਾ, AB/AP ਕਰ ਦੇਣਾ, ਔਰ 3/7 ਨੂੰ 7/3 ਕਰ ਦੇਣਾ। ਉਸ ਤੋਂ ਬਾਅਦ ਦੋਨੇ ਸਾਈਡਾਂ ਤੇ -1 ਕਰ ਦੇਣਾ, ਮਤਲਬ ਇਹਦੇ ਚੋਂ ਵੀ -1 ਕਰ ਦੇਣਾ ਔਰ ਇਹਦੇ ਚੋਂ ਵੀ -1 ਕਰ ਦੇਣਾ। -1 ਇਹਦੇ ਪਿੱਛੇ ਲਗਾ ਦਿੱਤਾ ਔਰ -1 ਇਹਦੇ ਪਿੱਛੇ ਲਗਾ ਦਿੱਤਾ, ਠੀਕ ਹੈ। ਹੁਣ ਇਹਦਾ ਐਲਸੀਐਮ ਲਓ, ਜੇ ਤੁਸੀਂ ਇਹਦਾ ਐਲਸੀਐਮ ਲਓਗੇ ਇਹਦੇ ਓਵਰ 1 ਲਗਾ ਲਓ, ਠੀਕ ਹੈ, ਐਲਸੀਐਮ ਉਹੀ ਕ੍ਰਾਸ ਮਲਟੀਪਲਾਈ ਵਾਲੀ ਮਾਈਨਸ, AB ਨੂੰ 1 ਦੇ ਨਾਲ ਮਲਟੀਪਲਾਈ ਕਰੂੰਗੇ AB ਆ ਜਾਣਾ, AP ਨੂੰ 1 ਨਾਲ ਮਲਟੀਪਲਾਈ ਕਰੂੰਗੇ AP ਆ ਜਾਣਾ, ਓਵਰ AP ਹੀ ਬਚ ਜਾਣਾ, ਠੀਕ ਹੈ। ਉਸ ਤੋਂ ਬਾਅਦ ਰਾਈਟ ਹੈਂਡ ਸਾਈਡ ਦੇਖੋ, ਇਹਨੂੰ ਸਿੰਪਲੀਫਾਈ ਕਰੋ, ਇਹਦੇ ਓਵਰ 1 ਲਗਾ ਕੇ, ਠੀਕ ਹੈ, 7 ਨੂੰ 1 ਨਾਲ ਕਰੂੰਗੇ 7 ਆ ਜਾਣਾ, 3 ਨੂੰ 1 ਨਾਲ ਕਰੂੰਗੇ 3 ਆ ਜਾਣਾ, ਓਵਰ 3, ਠੀਕ ਹੈ, 7 ਚੋਂ 3 ਗਿਆ 4 ਆ ਗਿਆ, ਓਵਰ 3। ਇਸ ਤੋਂ ਬਾਅਦ BP/AP ਕਿਉਂ ਲਿਖਿਆ ਉਹਨਾਂ ਨੇ, ਦੇਖੋ ਇਹਦੇ ਵਿੱਚੋਂ ਕਾਮਨ ਕੀ ਹੈ, ਸਾਨੂੰ ਪਤਾ ਹੈ ਕਿ AB - AP ਦੇ ਵਿੱਚ ਕਾਮਨ ਜੋ ਹੈ A ਹੈ, ਸੋ A ਨੂੰ ਤੁਸੀਂ ਕੱਟ ਦਿਓ ਸਮਝ ਕੇ, ਠੀਕ ਹੈ, ਸੋ ਬਚਿਆ ਕੀ BP/AP ਆ ਗਿਆ, ਸੋ ਇਹ ਆ ਗਈ ਸੈਕੰਡ ਇਕੁਏਸ਼ਨ। ਦੁਬਾਰਾ ਇੱਕ ਵਾਰੀ ਫੇਰ ਸਮਝ ਲਓ, AP/AB ਜਿਹੜਾ ਇਜ਼ ਇਕੁਅਲ ਟੂ 3/7 ਆ ਗਿਆ ਸੀਗਾ। ਉਸ ਤੋਂ ਬਾਅਦ ਅਸੀਂ ਕੀ ਕਰ ਦਿੱਤਾ, ਉਹਨੂੰ ਇੰਟਰਚੇਂਜ ਕਰ ਦਿੱਤਾ, ਇਕੁਏਸ਼ਨ ਨੂੰ ਉਲਟਾ ਦਿੱਤਾ, ਵੈਲਿਊ ਨੂੰ AB/AP ਕਰ ਲਿਆ, ਠੀਕ ਹੈ। ਉਸ ਤੋਂ ਬਾਅਦ ਦੋਨੇ ਸਾਈਡਾਂ ਤੇ ਲੈਫਟ ਹੈਂਡ ਸਾਈਡ ਤੇ ਵੀ ਔਰ ਰਾਈਟ ਹੈਂਡ ਸਾਈਡ ਤੇ ਵੀ 1 ਸਬਟਰੈਕਟ ਕਰ ਦਿੱਤਾ। ਜਦੋਂ 1 ਸਬਟਰੈਕਟ ਕੀਤਾ ਉਸ ਤੋਂ ਬਾਅਦ ਕ੍ਰਾਸ ਮਲਟੀਪਲਾਈ ਵਾਲੀ ਮਾਈਨਸ ਕੀਤੀ, ਜੋ ਤੁਹਾਨੂੰ ਮੈਂ ਬਾਰ-ਬਾਰ ਦੱਸ ਦਿੰਦੀ ਕਲਾਸ 'ਚ, ਓਵਰ 1 ਲਗਾ ਕੇ ਇਹਨੂੰ ਇਹਨਾਂ ਮਲਟੀਪਲਾਈ ਨੂੰ ਇਹਨਾਂ ਔਰ ਨੀਚੇ ਵਾਲੇ ਨੂੰ ਨੀਚੇ ਵਾਲੇ ਨੂੰ, ਠੀਕ ਹੈ। AB ਨੂੰ ਜਦੋਂ 1 ਨਾਲ ਕਰਾਂਗੇ AB ਆ ਜਾਊਗਾ, AP ਨੂੰ 1 ਨਾਲ ਕਰਾਂਗੇ AP ਆ ਜਾਣਾ, ਓਵਰ AP। ਇਸੇ ਤਰ੍ਹਾਂ ਇਹਦੇ ਵਿੱਚ ਵੀ 1 ਨੀਚੇ ਲਗਾ ਦਿਓ 1 ਦੇ, ਠੀਕ ਹੈ, 7 ਨੂੰ 1 ਨਾਲ ਕੀਤਾ 7, 3 ਨੂੰ 1 ਨਾਲ ਕੀਤਾ 3 ਮਲਟੀਪਲਾਈ, ਓਵਰ 3 ਨੂੰ 1 ਨਾਲ ਕੀਤਾ 3, ਠੀਕ ਹੈ। ਉਸ ਤੋਂ ਬਾਅਦ ਸਿੰਪਲੀਫਾਈ ਕੀਤਾ, BP/AP ਕਿੱਦਾਂ ਆਇਆ, ਇਹਨਾਂ ਦੋਨਾਂ ਦੇ ਵਿੱਚੋਂ ਦੇਖੋ A ਕਾਮਨ ਹੈ, A ਜਿਹੜਾ ਹੈ ਉਹ ਕੈਂਸਲ ਹੋ ਗਿਆ, ਬਚਿਆ ਕਿ BP, ਠੀਕ ਹੈ, ਸੋ BP/AP ਜਿਹੜਾ ਆ ਗਿਆ ਸਾਡੇ ਕੋਲ, ਠੀਕ ਹੈ। ਨੈਕਸਟ ਉਸ ਤੋਂ ਬਾਅਦ ਸੈਕੰਡ ਇਕੁਏਸ਼ਨ ਆ ਗਈ, ਜਿਸ ਤਰ੍ਹਾਂ ਅਸੀਂ ਫਸਟ ਪਹਿਲਾਂ ਇੰਟਰਚੇਂਜ ਕੀਤੀ ਸੀਗੀ, ਸਾਨੂੰ ਐਕਚੁਅਲੀ ਇਕੁਏਸ਼ਨ 'ਚ ਬਣਾਉਣ ਦੇ ਲਈ ਇਹਨੂੰ ਦੁਬਾਰਾ ਇੰਟਰਚੇਂਜ ਕਰਨਾ ਪੈਣਾ। ਇੰਟਰਚੇਂਜ ਦੇ ਵਿੱਚ ਇਹ ਕੀ ਬਣ ਜਾਣਗੀਆਂ, AP/BP, ਮਤਲਬ 3/4 ਆ ਗਿਆ ਸਾਡੇ ਕੋਲ। ਸਾਡੇ ਕੋਲ ਜੋ 3/4 ਆਇਆ ਉਹ ਸਾਡੇ ਕੋਲ ਰੇਸ਼ੋ ਆਈ ਹੈ, ਜੋ ਅਸੀਂ ਸਿੰਪਲੀਫਾਈ ਕਰਨਾ ਹੈ ਜਿਹਦੇ ਥਰੂ ਨੈਕਸਟ ਅੱਗੇ ਨੂੰ, ਠੀਕ ਹੈ। ਸੋ ਸਾਡੇ ਕੋਲ M1 ਦੀ ਵੈਲਿਊ 3 ਆ ਗਈ ਔਰ M2 ਦੀ ਵੈਲਿਊ 4 ਆ ਗਈ, ਠੀਕ ਹੈ। ਉਸ ਤੋਂ ਬਾਅਦ ਸਾਨੂੰ ਪਤਾ ਹੈ ਕਿ ਕੋਆਰਡੀਨੇਟ ਸਾਨੂੰ ਦਿੱਤੇ ਹੋਏ ਸੀਗੇ A ਤੇ B ਦੇ, ਠੀਕ ਹੈ, ਉਹ ਕੋਆਰਡੀਨੇਟ ਨੂੰ ਅਸੀਂ ਯੂਜ਼ ਕਰਕੇ, ਦੇਖੋ ਇਹ ਕੋਆਰਡੀਨੇਟ ਦਿੱਤੇ ਹੋਏ ਸੀਗੇ x1 y1 x2 y2, ਠੀਕ ਹੈ, ਔਰ M1 ਤੇ M2 ਦੀ ਵੈਲਿਊ ਅਸੀਂ ਫਾਈਂਡ ਕਰ ਲਈ। ਬਸ ਹੁਣ ਸੈਕਸ਼ਨ ਫਾਰਮੂਲਾ ਲਗਾਉਣਾ ਹੈ। ਸੈਕਸ਼ਨ ਫਾਰਮੂਲਾ ਕਿਹਦੇ ਬਰਾਬਰ ਹੁੰਦਾ, x ਦੇ ਲਈ M1 x2 + M2 x1 ਓਵਰ M1 + M2, ਔਰ y ਦੇ ਲਈ M × y2 + M2 × y1 ਓਵਰ M1 + M2, ਠੀਕ ਹੈ। ਹੁਣ ਦੇਖੋ ਸਭ ਤੋਂ ਪਹਿਲਾਂ ਤਾਂ M1 ਦੀ ਵੈਲਿਊ ਕਿੰਨੀ ਹੈ, 3 ਹੈ, ਠੀਕ ਹੈ, x2 ਦੀ ਵੈਲਿਊ ਕਿੰਨੀ ਹੈ, 2 ਹੈ, ਔਰ ਇਸੇ ਤਰ੍ਹਾਂ ਪਲੱਸ M2 ਦੀ ਵੈਲਿਊ ਕਿੰਨੀ ਹੈ, 4 ਹੈ, ਔਰ x2 ਦੀ ਵੈਲਿਊ ਕਿੰਨੀ ਹੈ, -2 ਹੈ। ਬਸ ਵੈਲਿਊਜ਼ ਫਿਲ ਕੀਤੀਆਂ, ਉਸ ਤੋਂ ਬਾਅਦ ਸਿੰਪਲੀਫਾਈ ਕੀਤਾ, ਦੇਖੋ 3 2 6 ਆ ਗਿਆ, 4 2 8, ਠੀਕ ਹੈ, ਓਵਰ 3 ਦੇ ਵਿੱਚ 4 ਪਲੱਸ ਕੀਤੇ 7, ਪਲੱਸ ਮਾਈਨਸ ਹੋ ਗਿਆ, ਸੋ 6 ਦੇ ਵਿੱਚੋਂ 8 ਜਦੋਂ ਮਾਈਨਸ ਕੀਤਾ -2/7 ਆ ਗਿਆ। ਇਸੇ ਤਰ੍ਹਾਂ ਇਹਦੇ ਵਿੱਚ ਵੀ ਜਦੋਂ ਵੈਲਿਊਜ਼ ਫਿਲ ਕੀਤੀਆਂ, 4 3 12 ਆ ਗਿਆ ਮਾਈਨਸ ਦੇ, ਔਰ 4 2 8 ਆ ਗਿਆ ਮਾਈਨਸ ਦੇ, ਮਾਈਨਸ ਪਲੱਸ ਹੋ ਗਿਆ, ਦੋਨਾਂ ਵੈਲਿਊਜ਼ ਨੇ ਆਪਸ 'ਚ ਪਲੱਸ ਹੋਣਾ, ਔਰ ਸਾਈਨ ਜਿਹੜਾ ਲੱਗਣਾ ਮਾਈਨਸ ਦਾ, ਕਿਉਂਕਿ ਵੱਡੀ ਵੈਲਿਊ ਮਾਈਨਸ ਦੀ ਹੈ, -20/7 ਆ ਗਿਆ। ਸੋ ਸਾਡੇ ਕੋਲ ਇਹ P ਦੇ ਕੋਆਰਡੀਨੇਟ ਆ ਗਏ, ਸੌਰੀ ਕੀ P ਦੇ ਪੁਆਇੰਟ ਆ ਗਏ, ਹਾਂਜੀ P ਦੇ ਕੋਆਰਡੀਨੇਟ ਹੀ, P ਦੇ ਕੋਆਰਡੀਨੇਟ ਜਿਹੜੇ ਆਪ ਸਾਡੇ ਕੋਲ ਫਾਈਂਡ ਆਊਟ ਹੋ ਗਏ, ਠੀਕ ਹੈ। ਇਹ ਸਮ ਧਿਆਨ ਨਾਲ ਕਰਨਾ ਹੈ। ਦੁਬਾਰਾ ਜੇਕਰ ਕਿਸੇ ਨੂੰ ਵੀ ਸਮਝ ਨਹੀਂ ਲੱਗੀ, ਦੁਬਾਰਾ ਇੱਕ ਵਾਰੀ ਵੀਡੀਓ ਰਿਪੀਟ ਕਰ ਲੈਣੀ ਹੈ, ਠੀਕ ਹੈ। ਨੈਕਸਟ ਦੇਖੋ, ਉਸ ਤੋਂ ਬਾਅਦ ਨੈਕਸਟ ਸਮ 9th ਸਮ, find the coordinate of the point which divide the line segment joining the A and B into the 4 equal parts। ਜਿਸ ਤਰ੍ਹਾਂ ਅਸੀਂ ਇਸ ਐਕਸਰਸਾਈਜ਼ ਦਾ ਸੈਕੰਡ ਪਾਰਟ ਕੀਤਾ ਸੀਗਾ, ਜਿਹਦੇ ਵਿੱਚ ਇੱਕ ਲਾਈਨ ਦਿੱਤੀ ਹੋਈ ਸੀਗੀ ਔਰ ਲਾਈਨ ਨੂੰ ਅਸੀਂ 3 ਸੈਕਸ਼ਨ ਦੇ ਵਿੱਚ ਡਿਵਾਈਡ ਕੀਤਾ ਸੀਗਾ। ਜੇ ਯਾਦ ਹੋਣਾ ਹੈ ਸਟੂਡੈਂਟਸ ਨੂੰ, ਇੱਕ ਲਾਈਨ ਸੀਗੀ ਜਿਹਦੇ ਵਿੱਚ ਅਸੀਂ ਉਸ ਲਾਈਨ ਨੂੰ 3 ਪਾਰਟਸ ਦੇ ਵਿੱਚ ਡਿਵਾਈਡ ਕੀਤਾ ਸੀਗਾ, ਠੀਕ ਹੈ, ਔਰ ਉਸ ਤੋਂ ਬਾਅਦ ਉਹਦੀ ਜਿਹੜੇ ਕੋਆਰਡੀਨੇਟ ਫਾਈਂਡ ਕੀਤੇ ਸੀਗੇ। ਸੇਮ ਇਹਦੇ ਵਿੱਚ ਵੀ ਇਸੇ ਤਰ੍ਹਾਂ ਆ, ਠੀਕ ਹੈ।
हाँ जी, जिस तरह देखो एक लाइन ले लेनी है, ठीक है, उन्होंने 4 पार्ट ਦੇ ਵਿੱਚ डिवाइड कर देना, फर्स्ट पार्ट, सैकेंड पार्ट, थर्ड पार्ट, फोर्थ पार्ट, ठीक है। ਹੁਣ देखो ਇੱਥੋਂ ਲੈ ਕੇ ਇੱਥੇ ਤੱਕ ਸਾਡੇ ਕੋਲ ਕਿੰਨੇ ਪਾर्ट ਆ, 1 ਪਾर्ट ਆ, ਸੋ ਇੱਥੇ 1 ਆ ਜਾਣਾ। ਪਿੱਛੇ ਕਿੰਨੇ ਪਾर्ट ਰਹਿ ਗਏ, 3, ਸੋ 1:3 ਆ ਗਿਆ। ਉਸ ਤੋਂ ਬਾਅਦ ਇੱਥੋਂ ਇਸ ਪੁਆਇੰਟ ਤੋਂ ਲੈ ਕੇ ਇਸ ਪੁਆਇੰਟ ਤੱਕ ਕਿੰਨੇ ਪਾर्ट ਆ, 2, ਸੋ ਆ ਗਿਆ 2 ਪਿੱਛੇ ਕਿੰਨੇ ਪਾर्ट ਬਚੇ, 2:2 ਆ ਗਿਆ। ਇਸੇ ਤਰ੍ਹਾਂ ਇੱਥੋਂ ਲੈ ਕੇ ਇਸ ਪੁਆਇੰਟ ਤੋਂ ਲੈ ਕੇ ਇਸ ਪੁਆਇੰਟ ਤੱਕ ਕਿੰਨੇ ਪਾर्ट ਹੈ, 1 2 3, ਸੋ ਕਿੰਨਾ ਆ ਗਿਆ 3 ਪਿੱਛੇ ਕਿੰਨੇ ਪਾर्ट ਬਚੇ, 1, ਠੀਕ ਹੈ। ਸੋ ਇਸ ਤਰ੍ਹਾਂ ਕਰਨਾ ਸੀ ਇਹਨੂੰ, ਕਲੀਅਰ। ਉਸ ਤੋਂ ਬਾਅਦ ਸੇਮ ਇਸ ਤਰ੍ਹਾਂ ਸੈਕਸ਼ਨ ਫਾਰਮੂਲਾ ਲੱਗਣਾ। ਦੇਖੋ ਇਹਦੇ ਵਿੱਚ ਜਿਹੜਾ 2 ਸੇਮ ਹੋ ਗਿਆ, ਸੋ ਇਹਨੂੰ ਅਸੀਂ ਕੱਟ ਵੀ ਸਕਦੇ ਹਾਂ। 2/2 ਜਿਹੜਾ ਕੀ ਬਣ ਜਾਣਾ ਸਾਡੇ ਕੋਲ, 1:1, ਸੋ ਇਹਨੂੰ ਤੁਸੀਂ 1:1 ਲੈ ਸਕਦੇ ਹੋ, ਠੀਕ ਹੈ। 1:1 ਲੈ ਕੇ ਇਹਨੂੰ ਯੂਜ਼ ਕਰਕੇ ਤੁਸੀਂ ਸਿੰਪਲੀਫਾਈ ਕਰ ਲੈਣਾ। ਦੇਖੋ ਇਹਨੂੰ ਕਿੱਦਾਂ ਸਿੰਪਲੀਫਾਈ ਕੀਤਾ ਹੈ, ਸਿੰਪਲੀਫਾਈ ਤਾਂ ਉਸੇ ਤਰੀਕੇ ਨਾਲ ਹੀ ਜਿਸ ਤਰ੍ਹਾਂ ਤੁਹਾਨੂੰ ਮੈਂ ਸੈਕਿੰਡ ਪਾर्ट ਕਰਾਇਆ ਸੀ। ਸਾਡੇ ਕੋਲ ਕੋਆਰਡੀਨੇਟ ਦਿੱਤੇ ਹੋਏ A ਦੇ -2 ਔਰ B ਦੇ 2 8, ਠੀਕ ਹੈ। x1 ਦੀ ਵੈਲਿਊ, y1 ਦੀ ਵੈਲਿਊ, x2 ਦੀ ਵੈਲਿਊ, y2 ਦੀ ਵੈਲਿਊ ਗਿਵਨ ਹੈ, ਠੀਕ ਹੈ। ਔਰ m1 ਦੀ ਵੈਲਿਊ ਸਾਨੂੰ ਪਹਿਲਾਂ ਹੈਗੀ, ਪਹਿਲਾਂ 1 ਜਿਹੜੀ 3 ਉਹਨੂੰ ਯੂਜ਼ ਕਰਨਾ ਹੈ, ਠੀਕ ਹੈ। 1:3 ਮਤਲਬ m1 ਦੀ ਵੈਲਿਊ 1 ਹੈ ਔਰ m2 ਦੀ ਵੈਲਿਊ 3 ਹੈ, ਠੀਕ ਹੈ। ਉਸ ਤੋਂ ਬਾਅਦ ਤੁਸੀਂ ਸੈਕਸ਼ਨ ਫਾਰਮੂਲਾ ਅਪਲਾਈ ਕਰ ਦੇਣਾ x ਦੇ ਲਈ, y ਦੇ ਲਈ, ਠੀਕ ਹੈ। x1 ਦੇਖੋ m1 ਦੀ ਵੈਲਿਊ 1 ਹੈ, x2 ਦੀ ਵੈਲਿਊ 2 ਹੈ, m2 ਦੀ ਵੈਲਿਊ 3 ਹੈ ਔਰ x1 ਦੀ ਵੈਲਿਊ -2 ਹੈ। ਇਸੇ ਤਰ੍ਹਾਂ m1 ਦੀ ਵੈਲਿਊ 1, y2 ਦੀ ਵੈਲਿਊ 8 प्लस m2 ਦੀ ਵੈਲਿਊ 3 ਔਰ y1 ਦੀ ਵੈਲਿਊ 2 ਹੈ, ਓਵਰ 1 + 3 ਔਰ 1 + 3 ਲੱਗ ਜਾਣਾ। ਉਹਨੂੰ ਸਿੰਪਲੀਫਾਈ ਕਰ ਦੇਣਾ, 2 ਨੂੰ 1 ਨਾਲ ਕੀਤਾ ਮਲਟੀਪਲਾਈ 2 ਆ ਗਿਆ, 3 2 = 6 ਮਾਈਨਸ ਆ ਗਿਆ, 8 1 = 8, 3 2 = 6, ਸੋ ਇਹਨੂੰ ਸਿੰਪਲੀਫਾਈ ਕਰਕੇ ਸਾਡੇ ਕੋਲ -1,7/2 ਆ ਗਿਆ। ਸਭ ਤੋਂ ਪਹਿਲਾਂ ਅਸੀਂ 1:3 ਨੂੰ ਯੂਜ਼ ਕੀਤਾ, ਹੁਣ ਅਸੀਂ ਯੂਜ਼ ਕਰਨਾ ਹੈ 3:1 ਜਾਂ ਫਿਰ 1:1, ਮਤਲਬ ਸਾਡੇ ਕੋਲ ਇਹ ਰੇਸ਼ੀਓਜ਼ ਆਈ ਸੀਗੀਆਂ, ਠੀਕ ਹੈ, ਕਲੀਅਰ। ਹੁਣ ਅਸੀਂ 3:1 ਨੂੰ ਚਾਹੇ ਅਸੀਂ 2:2 ਜਿਹੜਾ ਉਹਨੂੰ ਪਹਿਲਾਂ ਯੂਜ਼ ਕਰ ਸਕਦੇ ਹਾਂ। ਦੇਖੋ 3:1 ਨੂੰ ਯੂਜ਼ ਕਰਕੇ ਸਾਡੇ ਕੋਲ ਕੋਆਰਡੀਨੇਟ ਉਹੀ ਰਹਿਣੇ A ਤੇ B ਦੇ, x1 y1 x2 ਤੇ y2, ਜੋ ਅਸੀਂ ਇੱਥੇ ਹੀ ਯੂਜ਼ ਕੀਤੇ ਸੀਗੇ। ਸੇਮ ਕੋਆਰਡੀਨੇਟ ਉਹੀ ਰਹਿਣੇ, ਸਿਰਫ A ਦੀ ਵੈਲਿਊ ਹੀ ਚੇਂਜ ਕਰਕੇ ਅਸੀਂ 3 ਵਾਰੀ ਫਾਈਂਡ ਕਰਨਾ ਸੈਕਸ਼ਨ ਫਾਰਮੂਲੇ ਦੇ ਥਰੂ, ਠੀਕ ਹੈ। ਸੋ m1 ਤੇ m2 ਦੀ ਵੈਲਿਊ ਸਾਡੇ ਕੋਲ 3 ਔਰ 1 ਆ ਗਈ। ਇਹਦੇ ਵਿੱਚ ਦੇਖੋ ਵੈਲਿਊਜ਼ ਫਿਲ ਕੀਤੀਆਂ, m2 ਦੀ ਵੈਲਿਊ ਕਿੰਨੀ, m1 ਦੀ ਵੈਲਿਊ 3 ਹੈ, x2 ਦੀ ਵੈਲਿਊ 2 ਹੈ, ਪਲੱਸ m2 ਦੀ ਵੈਲਿਊ 1 और x1 ਦੀ ਵੈਲਿਊ -2 ਓਵਰ 3 + 1, m1 + m2 ਹੋ ਗਿਆ। ਉਸ ਤੋਂ ਬਾਅਦ m1 ਦੀ ਵੈਲਿਊ 3 ਸੀਗੀ, y2 ਦੀ ਵੈਲਿਊ 8 ਪਲੱਸ m2 ਦੀ ਵੈਲਿਊ 1 ਔਰ ਮਲਟੀਪਲਾਈ y1 ਦੀ ਵੈਲਿਊ 2 ਓਵਰ 1 + 3 ਆ ਗਿਆ। ਸਿੰਪਲੀਫਾਈ ਕਰਕੇ ਇਹਦਾ ਆਂਸਰ ਇੰਨਾ ਆ ਜਾਣਾ। ਉਸ ਤੋਂ ਬਾਅਦ ਅਸੀਂ 2:2 ਨੂੰ, ਠੀਕ ਹੈ, ਇੱਥੇ ਤੁਸੀਂ 1:1 ਵੀ ਯੂਜ਼ ਕਰ ਸਕਦੇ ਆ, ਅਦਰਵਾਈਜ਼ ਤੁਸੀਂ 2:2 ਵੀ ਯੂਜ਼ ਕਰ ਲਓ, ਦੈਨ ਆਂਸਰ ਜਿਹੜਾ ਸੇਮ ਹੀ ਹੋਣਾ ਹੈ, ਠੀਕ ਹੈ। ਦੇਖੋ ਉਸ ਤੋਂ ਬਾਅਦ ਇਹਦੇ ਕੋਆਰਡੀਨੇਟ ਜਿਹੜੇ ਸੇਮ ਅਸੀਂ ਤਿੰਨਾਂ ਦੇ ਵਿੱਚ ਸੇਮ ਯੂਜ਼ ਕੀਤੇ ਆ, ਠੀਕ ਹੈ। A ਤੇ B ਦੇ ਕੋਆਰਡੀਨੇਟ ਤਿੰਨਾਂ ਦੇ ਵਿੱਚ ਅਸੀਂ ਸੇਮ ਯੂਜ਼ ਕੀਤੇ ਆ, ਬਸ ਇਹੀ ਚੇਂਜ ਹੋਣਾ ਸੀਗਾ। ਸੋ ਇਹਦੇ ਵਿੱਚ m1 ਤੇ m2 ਦੀ ਵੈਲਿਊ 2 + 2, ਮਤਲਬ ਆ ਦੇਖੋ 2 ਆ ਗਿਆ, ਇੱਥੇ ਵੀ 2 + 2 2 + 2, ਠੀਕ ਹੈ। ਇੱਥੇ ਕੀ ਸੀਗੀ 3:1 ਸੀਗੀ, 3 + 1 1, ਸੋ ਠੀਕ ਹੈ। ਇੱਥੇ ਤੁਹਾਡਾ 3 + 1 ਹੋਣਾ ਸੀਗਾ, ਠੀਕ ਹੈ। 3 + 1 ਕਰ ਲਿਓ ਇੱਥੇ, 3 m1 + m2 3 + 1, ਠੀਕ ਹੈ, 3 + 1, ਕਲੀਅਰ। ਇੱਥੇ ਸੀਗਾ 1 + 3 ਔਰ 1 + 3, ਸੋ ਸਾਡੇ ਕੋਲ 3 ਵਾਰ ਜਿਹੜਾ ਸੈਕਸ਼ਨ ਫਾਰਮੂਲਾ ਲਗਾਉਣ ਤੇ ਸਾਨੂੰ ਜਿਹੜੇ ਆ ਕੋਆਰਡੀਨੇਟ ਫਾਈਂਡ ਹੋ ਜਾਣੇ ਆ, ਠੀਕ ਹੈ, 4 ਇਕੁਅਲ ਪਾਰਟਸ ਦੇ ਵਿੱਚ ਡਿਵਾਈਡ ਕਰਨ ਦੇ ਨਾਲ, ਠੀਕ ਹੈ, ਕਲੀਅਰ। ਨੈਕਸਟ ਉਸ ਤੋਂ ਬਾਅਦ 10th ਸਮ ਦੇਖੋ, ਫਾਈਂਡ ਦਾ ਏਰੀਆ ਆਫ ਦਾ ਰੋਮਬਸ ਇਫ ਇਟਸ ਵਰਟਿਕਸ ਆਰ, ਵਰਟਿਕਸ ਦਿੱਤੇ ਹੋਏ ਰੋਮਬਸ ਦੀ, ਰੋਮਬਸ ਸਾਨੂੰ ਪਤਾ ਇਸ ਤਰ੍ਹਾਂ ਦੀ ਹੁੰਦੀ ਹੈ ਸਕੁਅਰ ਟਾਈਪ ਦੀ, ਠੀਕ ਹੈ। ਉਹਦੇ ਜਿਹੜੇ ਵਰਟਿਕਸ ਜਿਹੜੇ ਆ, ਕਾਰਨਰ ਜਿਹੜੇ ਹੁੰਦੇ ਆ ਉਹ ਦਿੱਤੇ ਹੋਏ ਆ, ਠੀਕ ਹੈ। ਹਿੰਟ ਕੀ ਦਿੱਤਾ ਹੋਇਆ, ਏਰੀਆ ਆਫ ਰੋਮਬਸ ਸਾਨੂੰ ਪਤਾ ਹੈ ਕਿ ਕਿਹਦੇ ਬਰਾਬਰ ਹੁੰਦਾ, ਪ੍ਰੋਡਕਟ ਆਫ ਡਾਇਗਨਲਸ ਨਾਲ 1 ਉਹਦਾ ਹਾਫ ਹੁੰਦਾ ਹੈ, ਹਾਫ ਆਫ ਪ੍ਰੋਡਕਟ ਆਫ ਡਾਇਗਨਲ, ਮਤਲਬ ਜਿਹੜੇ ਡਾਇਗਨਲਸ ਹੁੰਦੇ ਆ ਇਹਨਾਂ ਦਾ ਪ੍ਰੋਡਕਟ ਔਰ ਮਲਟੀਪਲਾਈ 1/2 ਹੁੰਦਾ ਹੈ, ਠੀਕ ਹੈ। ਸੋ ਇਹਨੂੰ ਕਿੱਦਾਂ ਸਿੰਪਲੀਫਾਈ ਕਰਨਾ, ਦੇਖੋ ਸਭ ਤੋਂ ਪਹਿਲਾਂ ਤਾਂ ਲੈਟ ਕਰ ਲੈਣੀ ਕਿ ਇੱਕ ABCD ਸਾਡੇ ਕੋਲ ਕੀ ਹੈ, ਰੋਮਬਸ ਆ। ਸਾਨੂੰ A ਤੇ B ਦੇ ਪੁਆਇੰਟਸ ਜਿਹੜੇ ਉਹ ਦਿੱਤੇ ਹੋਏ ਆ, A ਦੇ ਪੁਆਇੰਟਸ ਇਹ ਹੋ ਗਏ, ਸਮਝ ਲਓ ਕਿ A B ਦੇ ਹੋ ਗਏ, C ਦੇ ਹੋ ਗਏ, D ਦੇ ਹੋ ਗਏ। ਲੈਟ ਕਰ ਲਿਆ ਆਪਣੇ ਕੋਲ, ਮੰਨ ਲਿਆ ਕਿ ਇਹ A ਦੇ ਪੁਆਇੰਟ ਹੈ, B ਦੇ ਆ, C ਦੇ ਆ, D ਦੇ ਆ। ਤੁਸੀਂ ਜੋ ਮਰਜ਼ੀ ਲੈ ਸਕਦੇ ਆ, XYZ ਵੀ ਲੈ ਸਕਦੇ ਆ, ABCD ਵੀ ਲੈ ਸਕਦੇ ਆ, ਠੀਕ ਹੈ। ਉਸ ਤੋਂ ਬਾਅਦ ਸਾਨੂੰ ਦੱਸਿਆ ਹੋਇਆ ਉਹਨਾਂ ਨੇ ਕਿ ਰੋਮਬਸ ਦਾ ਫਾਰਮੂਲਾ ਕਿਹਦੇ ਬਰਾਬਰ ਹੁੰਦਾ, 1/2 ਮਲਟੀਪਲਾਈ ਪ੍ਰੋਡਕਟ ਆਫ ਦਾ ਡਾਇਗਨਲਸ, ਠੀਕ ਹੈ। ਸੋ ਸਭ ਤੋਂ ਪਹਿਲਾਂ ਸਾਨੂੰ ਇਹਦੇ ਡਾਇਗਨਲ ਕੱਢਣੇ ਪੈਣੇ ਆ, ਠੀਕ ਹੈ। ਡਾਇਗਨਲ ਕੱਢਾਂਗੇ ਦੈਨ ਤਾਂ ਹੀ ਫਾਰਮੂਲੇ 'ਚ ਫਿਲ ਕਰਾਂਗੇ, ਠੀਕ ਹੈ। ਸਾਨੂੰ ਇਹਦੇ ਵਰਟੈਕਸ ਪਤਾ ਹੈ, ਇਹਦੇ ਕਾਰਨਰ ਪਤਾ ਹੈ ਸਾਨੂੰ, ਬਟ ਡਾਇਗਨਲ ਨਹੀਂ ਪਤਾ ਵੀ ਡਾਇਗਨਲ ਦੀ ਵੈਲਿਊ ਕਿੰਨੀ ਆ, ਠੀਕ ਹੈ। ਸੋ ਤੁਸੀਂ ਸਭ ਤੋਂ ਪਹਿਲਾਂ ਇਹ ਫਾਰਮੂਲਾ ਨਹੀਂ ਅਪਲਾਈ ਕਰਨਾ ਹੈਗਾ, ਠੀਕ ਹੈ। ਇਹ ਫਾਰਮੂਲਾ ਪਹਿਲਾਂ ਨਹੀਂ ਅਪਲਾਈ ਕਰਨਾ ਹੈਗਾ, ਠੀਕ ਹੈ। ਇੰਨਾ ਪੋਰਸ਼ਨ ਜਿਹੜਾ ਤੁਸੀਂ ਪਹਿਲਾਂ ਨਹੀਂ ਲਿਖਣਾ ਹੈਗਾ, ਠੀਕ ਹੈ। ਇੰਨਾ ਪੋਰਸ਼ਨ ਤੁਸੀਂ ਪਹਿਲਾਂ ਨਹੀਂ ਲਿਖਣਾ ਹੈਗਾ। ਸਭ ਤੋਂ ਪਹਿਲਾਂ ਤੁਸੀਂ ਡਿਸਟੈਂਸ ਫਾਰਮੂਲਾ ਅਪਲਾਈ ਕਰਨਾ। ਡਿਸਟੈਂਸ ਫਾਰਮੂਲਾ ਦੇਖੋ ਤੁਸੀਂ ਕਿੱਦਾਂ ਅਪਲਾਈ ਕਰੋਗੇ। ਸਭ ਤੋਂ ਪਹਿਲਾਂ ਦੇਖੋ ਰੋਮਬਸ ਦੀ ਜਿਹੜੀ ਇਹ ਵਾਲੀ ਲਾਈਨ ਬਣਦੀ, ਇੱਕ ਇਹ ਲਾਈਨ ਬਣਦੀ ਹੈ, ਠੀਕ ਹੈ। ਡਾਇਗਨਲ ਤਾਂ ਇਹੀ ਹੋਗਾ ਨਾ,
ਇੱਥੋਂ ਲੈ ਕੇ ਇੱਥੇ ਤੱਕ ਇਹ ਡਾਇਗਨਲ ਇੱਕ ਹੋ ਗਿਆ, ਇੱਕ ਡਾਇਗਨਲ ਇਹ ਹੋ ਗਿਆ। ਸੋ ਡਾਇਗਨਲ ਦੇ ਵਿੱਚ ਡਿਸਟੈਂਸ ਫਾਰਮੂਲਾ ਲਗਾਓ, ਇਸ ਲਾਈਨ ਤੇ ਡਿਸਟੈਂਸ ਫਾਰਮੂਲਾ ਲਗਾਓ ਔਰ ਇਸ ਲਾਈਨ ਤੇ, ਮੀਨਸ AC ਤੇ ਡਿਸਟੈਂਸ ਫਾਰਮੂਲਾ ਔਰ BD ਤੇ ਡਿਸਟੈਂਸ ਫਾਰਮੂਲਾ ਲਗਾਓ। ਸਭ ਤੋਂ ਪਹਿਲਾਂ ਜਦੋਂ ਤੁਸੀਂ A ਤੇ C ਤੇ ਡਿਸਟੈਂਸ ਫਾਰਮੂਲਾ ਲਗਾਓਗੇ, A ਤੇ C ਤੇ ਜਦੋਂ ਡਿਸਟੈਂਸ ਫਾਰਮੂਲਾ ਲਗਾਓਗੇ x1 y1 x2 y2 ਇਹ ਹੋਊਗਾ। ਜੋ ਤੁਸੀਂ BD ਦੇ ਸੈਕਸ਼ਨ ਫਾਰਮੂਲਾ ਲਗਾਓਗੇ, ਸੌਰੀ ਡਿਸਟੈਂਸ ਫਾਰਮੂਲਾ ਲਗਾਓਗੇ, ਉਦੋਂ ਤੁਹਾਡੇ ਕੋਲ x1, ਚਾਹੇ ਤੁਸੀਂ ਇਹਨੂੰ ਲੈ ਲਓ x1 y1 x2 y2, ਠੀਕ ਹੈ। ਸੋ ਪਹਿਲਾਂ ਇਹਨਾਂ ਨੇ ਅਪਲਾਈ ਕੀਤਾ ਹੈਗਾ ਆ AC ਤੇ, ਠੀਕ ਹੈ। AC ਦੇ ਉੱਪਰ ਪਹਿਲਾਂ ਜਦੋਂ ਡਿਸਟੈਂਸ ਫਾਰਮੂਲਾ ਅਪਲਾਈ ਕੀਤਾ, ਦੇਖੋ x1 y1 x2 y2 ਲੈ ਲਿਆ, ਇਹਦੇ ਵਿੱਚ ਫਾਰਮੂਲੇ 'ਚ ਫਿਲ ਕੀਤਾ। x2 ਦੀ ਵੈਲਿਊ ਕਿੰਨੀ ਸੀ -1 ਔਰ x1 ਦੀ ਵੈਲਿਊ 3 ਸੀਗੀ, ਉਹਦਾ ਸਕੇਅਰ ਆ ਗਿਆ, ਪਲੱਸ y2 ਦੀ ਵੈਲਿਊ 4 ਸੀਗੀ ਮਾਈਨਸ y1 ਦੀ ਵੈਲਿਊ 0 ਸੀਗੀ। ਕਲੀਅਰ, -1 -3 ਮਾਈਨਸ ਮਾਈਨਸ ਪਲੱਸ ਹੋ ਗਿਆ, ਸੋ ਦੋਨਾਂ ਨੇ ਪਲੱਸ ਹੋਣਾ, 4 ਆ ਗਿਆ। ਮਾਈਨਸ ਕਿਉਂ ਲੱਗਿਆ? ਕਿਉਂਕਿ ਵੱਡੀ ਵੈਲਿਊ ਮਾਈਨਸ ਦੀ ਹੈ। 4 ਦੇ ਵਿੱਚੋਂ 0 ਮਾਈਨਸ ਕੀਤਾ, 4 ਆ ਗਿਆ। 4 4 ਦਾ 16, 4 4 ਦਾ 16, ਦੋਨਾਂ ਨੂੰ ਐਡ ਕੀਤਾ, ਕਿੰਨਾ ਆ ਗਿਆ 32 ਸਕੁਅਰ ਰੂਟ ਦੇ ਵਿੱਚ, ਠੀਕ ਹੈ। ਉਹਨੂੰ ਅੱਗੇ ਸੋਲਵ ਤੁਸੀਂ ਇਹ ਕਰਨਾ ਕਰ ਸਕਦੇ ਆ, ਅਦਰਵਾਈਜ਼ 32 ਤੇ ਵੀ ਛੱਡ ਸਕਦੇ ਆ, ਬਟ ਇਹ ਜਦੋਂ ਆਪਾਂ ਅੱਗੇ ਸਿੰਪਲੀਫਾਈ ਕਰਨਾ ਉਹਦੇ ਲਈ ਸਾਨੂੰ ਸੋਲਵ ਕਰਨਾ ਹੀ ਪੈਣਾ। ਸੋ ਤੁਸੀਂ ਇਹਨੂੰ ਸੋਲਵ ਕਰ ਹੀ ਲਿਓ, ਠੀਕ ਹੈ। ਇਹਨੂੰ ਕਿੱਦਾਂ ਸੋਲਵ ਕੀਤਾ ਇਹ ਵੀ ਦੇਖ ਲਓ। ਦੇਖੋ 32 ਦਾ ਸਕੁਅਰ ਆਪਾਂ ਕਿੱਦਾਂ ਕੱਢਣਾ ਸਕੁਅਰ ਰੂਟ, ਇਹਨੂੰ ਤੁਸੀਂ ਇਹਦਾ ਪਹਿਲਾਂ ਐਲਸੀਐਮ ਲੈ ਲਓ। ਇਹ ਤੁਹਾਨੂੰ ਤਾਂ ਆਉਂਦਾ ਹੋਣਾ ਸਾਰਿਆਂ ਨੂੰ, ਕਿਸ ਤਰ੍ਹਾਂ ਆਪਾਂ ਕਰਦੇ ਹੁੰਦੇ ਆ, ਠੀਕ ਹੈ। ਜਦੋਂ ਇਹਦਾ ਐਲਸੀਐਮ ਲਿਆ, ਦੇਖੋ ਇਹਦੇ ਪੇਅਰ ਬਣਾਓ, ਜਿਹੜੇ ਤੇ ਇਹਦੇ ਪੇਅਰ ਬਣ ਗਏ। ਦੇਖੋ 2 ਪੇਅਰ ਤਾਂ ਬਣ ਗਏ ਇਹਦੇ, ਮੀਨਸ 2 × 2 ਤਾਂ ਇਹ ਹੋ ਗਿਆ, ਇੱਕ ਇਹਦਾ 2 ਆ ਗਿਆ, ਇੱਕ ਇਹਦਾ 2 ਆ ਗਿਆ, 2 × 2 ਹੋ ਗਿਆ। ਬਟ ਜਿਹੜਾ ਇੱਕ ਹੈ ਉਹਦਾ ਪੇਅਰ ਨਹੀਂ ਬਣਿਆ, ਸੋ ਉਹਨੂੰ ਆਪਾਂ ਸਕੁਅਰ ਰੂਟ ਲੈ ਲੈਣਾ। ਸੋ ਇਹਦਾ ਆਂਸਰ ਕੀ ਆ ਜਾਏਗਾ 2 2 ਜਾਂ 4, ਇੱਕ ਆ ਗਿਆ ਅੰਡਰ ਰੂਟ ਦੇ ਵਿੱਚ 2, ਠੀਕ ਹੈ। ਸੋ ਇਸ ਕਰਕੇ 4/2 ਲਿਖਿਆ। ਨੈਕਸਟ ਉਸ ਤੋਂ ਬਾਅਦ BD ਤੇ ਸੈਕਸ਼ਨ ਫਾਰਮੂਲਾ ਅਪਲਾਈ ਕੀਤਾ। BD ਦੇ ਉੱਪਰ ਸੈਕਸ਼ਨ ਫਾਰਮੂਲਾ ਅਪਲਾਈ ਕਰਨ ਦੇ ਲਈ ਸਾਨੂੰ ਪਤਾ ਹੈ ਕਿ x1 y1 x2 y2 ਇਹ ਆ, ਠੀਕ ਹੈ। ਸੋ ਇਹਨੂੰ ਵੀ ਫਾਰਮੂਲੇ 'ਚ ਫਿਲ ਕੀਤਾ। ਦੇਖੋ x2 ਦੀ ਵੈਲਿਊ ਕਿੰਨੀ ਸੀ -2, x1 ਦੀ ਵੈਲਿਊ -4 ਸੌਰੀ 4 ਸੀਗੀ, ਦਾ ਸਕੁਅਰ, ਪਲੱਸ y2 ਮਾਈਨਸ y1 ਮੀਨਸ y2 ਦੀ ਵੈਲਿਊ -1 ਔਰ y1 ਦੀ ਵੈਲਿਊ 5, ਮਾਈਨਸ ਮਾਈਨਸ ਪਲੱਸ ਹੋ ਗਿਆ। 6 ਦੇ 4 ਦੇ ਵਿੱਚ 2 ਪਲੱਸ ਕੀਤਾ, 6 ਆ ਗਿਆ ਮਾਈਨਸ ਦੇ, ਮਾਈਨਸ ਮਾਈਨਸ ਪਲੱਸ ਕੀਤਾ, 6 ਆ ਗਿਆ ਮਾਈਨਸ ਦੇ। 6 6 ਜਾਂ 36, 6 6 ਜਾਂ 36, ਦੋਨਾਂ ਨੂੰ ਐਡ ਕੀਤਾ 72 ਆ ਗਿਆ। ਸੋ 72 ਦਾ ਜਦੋਂ ਸਕੁਅਰ ਰੂਟ ਫਾਈਂਡ ਕੀਤਾ, ਜਿੱਦਾਂ ਮੈਂ ਹੁਣ 32 ਦਾ ਕੀਤਾ ਸੀ, ਇਹਦਾ ਆ ਗਿਆ 6/2। ਸੋ ਫਾਈਂਡ ਐਕਚੁਅਲ 'ਚ ਕੀ ਕਰਨਾ ਸੀ, ਅਸੀਂ ਏਰੀਆ ਫਾਈਂਡ ਕਰਨਾ ਸੀਗਾ ਰੋਮਬਸ ਦਾ। ਸੋ ਏਰੀਆ ਆਫ ਰੋਮਬਸ ਕਿਹਦੇ ਬਰਾਬਰ ਹੁੰਦਾ 1/2 ਮਲਟੀਪਲਾਈ ਡਾਇਗਨਲ ਪ੍ਰੋਡਕਟ ਆਫ ਇਟਸ ਡਾਇਗਨਲ, ਠੀਕ ਹੈ। ਪ੍ਰੋਡਕਟ ਜਿਹੜਾ ਹੁੰਦਾ ਡਾਇਗਨਲ ਦਾ। ਸੋ ਪਹਿਲੀ ਡਾਇਗਨਲ ਕਿੰਨੀ ਆਈ ਹੈ 4/2, ਦੂਜੀ ਡਾਇਗਨਲ ਕਿੰਨੀ ਆਈ ਹੈ 6/2। ਹੁਣ ਇਹਨੂੰ ਸਿੰਪਲੀਫਾਈ ਕਰ ਲਓ। ਦੇਖੋ ਤੁਸੀਂ ਇਹਨੂੰ ਮਲਟੀਪਲਾਈ ਕਰਕੇ ਵੀ, ਜਾਂ ਫਿਰ ਇਹਨੂੰ ਪਹਿਲਾਂ ਕੱਟ ਦਿਓ ਤੁਸੀਂ, 2 2 ਜਾਂ 4, ਠੀਕ ਹੈ। 6 2 ਜਾਂ 12 ਹੋ ਜਾਊਗਾ। ਸੋ 12 ਜਿਹੜੇ ਆ, ਜੇ ਤੁਸੀਂ ਇਸ ਤਰ੍ਹਾਂ ਕਰਨਾ ਇਸ ਤਰ੍ਹਾਂ ਕਰ ਲਓ। ਦੇਖੋ 1/2, 6 4 ਜਾਂ ਕਿੰਨੇ ਹੋ ਗਏ 24 ਹੋ ਗਏ। √2 ਜਿਹੜਾ ਉਹ √2 ਦੇ ਨਾਲ ਜਦੋਂ ਮਲਟੀਪਲਾਈ ਕਰਾਂਗੇ ਇਹ 2 ਹੀ ਰਹਿ ਜਾਏਗਾ, ਠੀਕ ਹੈ। ਇੱਕ ਮਲਟੀਪਲਾਈ 2 ਹੈ, ਠੀਕ ਹੈ, ਮਲਟੀਪਲਾਈ 2, ਕਿਉਂਕਿ ਜਦੋਂ ਆਪਾਂ ਦੋ ਸਕੁਅਰ ਰੂਟ ਦੇ ਵੈਲਿਊਜ਼ ਨੂੰ ਆਪਸ 'ਚ ਮਲਟੀਪਲਾਈ ਕਰਦੇ ਹਾਂ, ਦੈਨ ਉਹ ਸਕੁਅਰ ਰੂਟ ਕੈਂਸਲ ਹੋ ਜਾਂਦਾ ਹੁੰਦਾ ਔਰ 2 ਆ ਜਾਂਦਾ ਹੁੰਦਾ, ਠੀਕ ਹੈ। ਔਰ 6 4 ਜਾਂ ਕਿੰਨਾ ਆ ਗਿਆ 24, ਠੀਕ ਹੈ। ਹੁਣ ਇਹਦੇ ਵਿੱਚ 2 ਦੇ ਨਾਲ ਆਹ ਵਾਲਾ 2 ਕੈਂਸਲ ਹੋ ਗਿਆ, ਸੋ ਬਚਿਆ ਕਿ ਸਾਡੇ ਕੋਲ 24, ਠੀਕ ਹੈ। ਸੋ ਇਹਨੇ ਐਂਡ ਤੇ ਜਾ ਕੇ ਕੱਟਿਆ, ਇਸ ਲਈ ਮੈਂ ਇਹਨੂੰ ਇੱਥੇ ਨਹੀਂ ਕੱਟ ਰਹੀ, ਠੀਕ ਹੈ। ਇਹਨੇ ਪਹਿਲਾਂ ਇਹਨੂੰ ਮਲਟੀਪਲਾਈ ਕਰ ਲਿਆ, ਉਸ ਤੋਂ ਬਾਅਦ 2 ਦੇ ਨਾਲ ਇਹਨੂੰ ਕੈਂਸਲ ਕੀਤਾ, ਸੋ ਆਂਸਰ ਸਾਡਾ ਉਨਾ ਹੀ ਆਏਗਾ। ਸੋ ਇਹ ਸੀਗੀ ਸਾਡੀ ਐਕਸਰਸਾਈਜ਼ 7.2। 7.2 ਦਾ ਥਰਡ ਸਮ ਜਿਹੜਾ ਆ ਉਹ ਥੋੜ੍ਹਾ ਜਿਹਾ ਮੇਰੇ ਕੋਲ ਮੈਥ ਹੈ ਨਹੀਂ ਗਾ, ਸੋ ਇਸ ਲਈ ਮੈਂ ਉਹਦੀ ਸਟੇਟਮੈਂਟ ਸਮਝਾ ਕੇ ਹੀ ਇਹ ਸਮ ਸਮਝਾ ਸਕਦੀ ਹਾਂ, ਅਦਰਵਾਈਜ਼ ਇਹ ਸਮਝਾਇਆ ਨਹੀਂ ਇਸ ਤਰ੍ਹਾਂ ਜਾਣਾ, ਤੁਹਾਨੂੰ ਸਮਝ ਨਹੀਂ ਲੱਗਣਾ ਹੈਗਾ। ਸੋ ਇਹਨੂੰ ਮੈਂ ਨੈਕਸਟ ਸਕੂਲ ਨਹੀਂ ਤਾਂ ਸਮਝਾ ਦਿਆਂਗੀ ਇਹਨੂੰ। ਸੋ ਇਹ ਬਾਕੀ ਜਿਹੜੇ ਤੁਸੀਂ ਸਮ ਆ ਇਹਦੇ ਲਈ ਇੱਕ ਮਤਲਬ ਇੰਨਾ ਤੁਸੀਂ ਆਪਣੀ ਕਾਪੀ ਦੇ ਉੱਪਰ ਜਗ੍ਹਾ ਛੱਡ ਦਿਓ, ਠੀਕ ਹੈ। ਤਾਂ ਇਹਨੂੰ ਬਾਅਦ ਵਿੱਚ ਕਰ ਲਿਓ, ਠੀਕ ਹੈ। ਸੋ ਇਹਦੇ ਲਈ ਮੈਨੂੰ ਸਟੇਟਮੈਂਟ ਉਹਨੇ ਪੂਰੀ ਨਹੀਂ ਲਿਖੀ ਹੈਗੀ, ਸੋ ਅਦਰਵਾਈਜ਼ ਮੈਂ ਸਮਝਾ ਦੇਣਾ ਸੀਗਾ। ਸਟੇਟਮੈਂਟ ਜੇ ਪੂਰੀ ਤੁਹਾਨੂੰ ਸਮਝ ਲੱਗੇਗੀ ਦੈਨ ਤਾਂ ਹੀ ਤੁਹਾਨੂੰ ਸਮ ਸਮਝ ਲੱਗੇਗਾ। ਸੋ ਸਟੂਡੈਂਟਸ ਤੁਸੀਂ 7.2 ਜਿਹੜੀ ਇੰਨੀ ਹੀ ਕਰ ਲੈਣੀ ਹੈ, ਔਰ ਇਹਦੇ ਲਈ ਇੰਨਾ ਕੁ ਤੁਸੀਂ ਜਗ੍ਹਾ ਛੱਡ ਲਿਓ ਆਪਣੀ ਕਾਪੀ 'ਤੇ, ਔਰ 7.3 ਕੱਲ੍ਹ ਕਰਦੇ ਹਾਂ, ਠੀਕ ਹੈ ਸਟੂਡੈਂਟਸ। ਥੈਂਕ ਯੂ, ਹੈਵ ਅ ਨਾਈਸ ਡੇ।